ਇਹਨਾਂ ਨੇ ਨੀਅਤ ਕੀਤੀ ਹੈ ਘਰ ਹੀ ਮੇਰੇ ਤੇ ਹਮਲਾ ਕਰਨ ਤੇ। ਮੇਰੇ ਭਾਈ ਨੇ ਮੈਨੂੰ ਦੱਸਿਆ, ਉਹਨੇ ਕਿਹਾ ਤੇਰੇ ਤੇ ਹਮਲਾ ਹੋ ਜਾਣਾ, ਕਿ ਮੈਂ ਬਸ਼ਾਰਤ ਨੂੰ ਨਹੀਂ ਛੱਡਣਾ। ਇਹਨੇ ਨਿਕਾਹ ਦੇ ਵਿੱਚ ਗੁੰਠੇ लगाए ਨੇ, बकायदा इन्होंने निकाहनामा ही वहाँ। अस्सलाम वालेकुम नाज़रीन, मैं हूँ एडी मलिक और गुजरांवाला में होने वाला अफसोसनाक वाक़या जिसकी पहली वीडियो आपने मकतूल की दूसरी अहलिया की ज़ुबानी सुनी कि किस तरह से उनके खावंद को उन्हीं की पहली बीवी ने अपने बेटे के साथ मिलकर कत्ल किया। इस कत्ल के वाक़े की जब इतला मकतूल के भाई को मिलती है या फिर इनको कैसे ये पता चलता है कि आज कोई ना कोई अनहोनी हो चुकी है जो कि मेरे भाई का मेरे साथ राब्ता नहीं हो रहा। हमारे साथ मकतूल तारक के भाई बशारत मौजूद है। हम इनसे इस वाक़े की हकीकत जानते हैं और इस कत्ल की असल जो वजह है वो क्या हो सकती है। क्या उन्होंने जो दूसरी शादी की है वो वजह है या फिर इसके पीछे कोई और वजह है। बशारत साहब, ये यकीनन बड़ा अफसोसनाक वाक़या है कि बच्चों ने अपने बाप को अपनी माँ के साथ मिलकर कत्ल कर दिया। आप क्या समझते हैं कि ये तारक का गुनाह सिर्फ ये था कि उसने दूसरी शादी की या फिर इसके पीछे कोई और वजह थी। बिस्मिल्लाहिर्रहमानिर्रहीम। भाई गुनाह शादी जदों दी कीती है ना, उदों दे ही ज़्यादा रौले पै रहे ने जदों दी शादी की। अच्छा हाँ जी, जो जिस दिन दी शादी हुई उस दिन तो पंचायतां बहनियां शुरू हो गई। अच्छा, तारक ने जो दूसरी शादी की सी ते अपनी बीवी ਨੂੰ ਇਤਮਾਦ ਦੇ ਵਿੱਚ ਨਹੀਂ ਸੀ ਲਿਆ ਵੀ। दूसरी नूं ਪਹਿਲੀ बीवी ਸੀ पहली ਜਿਹੜੀ। बीवी को गुंठे स्टाम वगैरह करवाए सन। इजाज़त ਲਈ ਸੀ ਉਹਦੇ ਬੇਟੇ ਨੇ ਵੀ, ਮੈਂ ਮੌਜੂਦ, ਉਹਨਾਂ ਨੇ ਇਜਾਜ਼ਤ ਮੇਰੇ ਹੁੰਦਿਆਂ ਇਜਾਜ਼ਤ ਦਿੱਤੀ ਹੈ ਕੋਈ ਸ਼ਾਦੀ ਤੂੰ ਕਰ ਲੈ। ਠੀਕ ਹੈ। ਹਾਂਜੀ, ਉਸ ਤੋਂ ਬਾਅਦ ਜੋ ਸ਼ਾਦੀ ਹੋ ਗਈ ਹੈ 1 ਮਹੀਨਾ ਤੋਂ ਗਾਇਬ ਰਹੇ ਨੇ। ਠੀਕ ਹੈ ਨਾ। ਉਸ ਤੋਂ ਬਾਅਦ ਉਹਦੇ ਮੁੰਡੇ ਨੇ ਨਾ, ਉਦੋਂ ਹੀ ਮੈਂ ਪਲਾਨ ਕਰ ਲਿਆ ਸੀ ਆਪਣੇ ਪਿਓ ਨੂੰ, ਉਹਨੇ ਵਾਰਨਿੰਗ ਦੇ ਦਿੱਤੀ ਕਿ ਵੀ ਮੈਂ ਤੈਨੂੰ ਛੁਰੀਆਂ ਨਾਲ ਮਾਰਨਾ। ਅੱਛਾ, ਉਦੋਂ ਹੀ ਉਹਨੇ ਪੰਚਾਇਤ 'ਚ ਵੀ ਬਹਿ ਕੇ ਕਿਹਾ ਵੇ ਮੈਂ ਆਪਣੇ ਪਿਓ ਨੂੰ ਨਹੀਂ ਛੱਡਣਾ, ਛੁਰੀਆਂ ਨਾਲ ਮਾਰ ਦੇਣਾ। ਭਾਈ ਮੇਰਾ ਹੀ ਕਹਿੰਦਾ ਸੀ ਕਿ ਨਹੀਂ, ਮੇਰੇ ਬੇਟੇ ਨੇ, ਮੇਰੇ ਬੇਟਾ ਹੈ, ਮੇਰੇ ਬੱਚੀਆਂ ਨੇ, ਨਹੀਂ ਮੇਰੇ ਨਾਲ ਅੱਜ ਨਹੀਂ ਕਰ ਸਕਦੇ। ਉਹਨਾਂ ਨੂੰ ਬੜਾ ਮਾਣ ਸੀ ਆਪਣੇ ਬੱਚਿਆਂ ਦੇ ਕਿ ਮੈਨੂੰ ਮਾਣ ਹੈ, ਮੇਰੇ ਨਾਲ ਕੁਝ ਵੀ ਨਹੀਂ ਇਹੋ ਜਿਹਾ ਵਾਕਿਆ ਕਰ ਸਕਦੇ। ਅੱਛਾ, ਜਦੋਂ ਇਤਮਾਦ ਦੇ ਵਿੱਚ ਲਿਆ ਸੀ ਫਿਰ ਇਜਾਜ਼ਤ ਵੀ ਮਿਲ ਗਈ ਸੀ ਤੇ ਫਿਰ ਕਤਲ ਕਿਉਂ ਕਰ ਦਿੱਤਾ ਗਿਆ। ਬਸ ਨਾ ਭਾਬੀ ਮੇਰੀ ਜਿਹੜੀ ਪਹਿਲੀ ਸੀ ਨਾ, ਉਹ ਇਹੀ ਕਹਿੰਦੀ ਸੀ ਕਿ ਹੁਣ ਸ਼ਾਦੀ ਕਰ ਲਈਏ ਇਹਨੇ। ਉਹ ਆਪਣੀ ਬੇਗਮ ਨੂੰ ਲੈ ਕੇ ਬਾਜ਼ਾਰਾਂ 'ਚ ਜਾਂਦਾ ਹੈ, ਖਾਣ ਪੀਣ ਜਾਂਦੇ ਨੇ। ਉਸ ਤੋਂ ਬਾਅਦ ਹੱਸਦੇਗਾ ਸੀ। ਹਾਂਜੀ, ਹੱਸਾ ਤਾਂ ਉਹਨੂੰ ਇਹੀ ਸੀ ਕਿ ਹੁਣ ਪਜਾਮੇ ਸ਼ਰਟਾਂ ਪਾਉਣ ਲੱਗ ਪਿਆ। ਉਹਨੇ ਭਾਈ ਨੇ ਕਦੀ ਪਜਾਮਾ ਸ਼ਰਟ ਨਹੀਂ ਪਾਈ ਹੈ, ਉਹ ਪਜਾਮੇ ਪਾਉਣ ਲੱਗ ਪਿਆ। ਲੋਕਾਂ ਨੂੰ ਇੱਥੇ ਕਹਿੰਦੀ ਹੈ ਜੀ ਉਹ ਪਜਾਮੇ ਪਾਉਣ ਲੱਗ ਪਿਆ, ਹੁਣ ਇਹਨੂੰ ਮੈਂ ਇੰਝ ਕਰ ਦੇਣਾ, ਇਹਨੂੰ ਮੈਂ ਇੰਝ ਕਰ ਦੇਣਾ, ਇਹਨੂੰ ਨਵੀਂ ਜਵਾਨੀ ਚੜ੍ਹ ਗਈ ਹੈ। ਹੁਣ ਇਜਾਜ਼ਤ ਵੀ ਖੁਦ ਦਿੱਤੀ ਹੈ ਇਹਨੇ। ਠੀਕ ਹੈ ਨਾ। ਸ਼ਾਦੀ ਦੇ ਵਿੱਚ ਸ਼ਾਮਲ ਹੋਈ ਸੀ? ਨਹੀਂ, ਸ਼ਾਦੀ ਦੇ ਵਿੱਚ ਨਹੀਂ ਸ਼ਾਮਲ ਨਹੀਂ ਸੀ ਹੋਈ ਹੈ। ਅੱਛਾ, ਤੁਹਾਡੇ ਭਾਈ ਨੂੰ ਕੀ ਨੌਬਤ ਆ ਗਈ ਸੀ ਦੂਸਰੀ ਸ਼ਾਦੀ ਕਰਨ ਦੀ, ਜਦਕਿ 5 ਬੱਚੇ ਸੀ ਉਹਨਾਂ ਦੇ, ਬੀਵੀ ਵੀ ਸੀ, ਘਰ-ਬਾਰ ਸੀ, ਸਾਰਾ ਕੁਝ ਸੀ। ਦੂਸਰੀ ਸ਼ਾਦੀ ਕਿਉਂ ਕੀਤੀ? ਦੂਸਰੀ ਸ਼ਾਦੀ ਉਹਨਾਂ ਕੋਲ ਵਸਾਇਲ ਵੀ ਹੈ ਸਨ, ਕਾਰੋਬਾਰ ਵੀ ਠੀਕ ਸੀ ਉਹਨਾਂ ਦੀ, ਹੋਰ ਜਗ੍ਹਾ ਜੁਗਾ ਵੀ ਹੈ ਸੀ। ਠੀਕ ਹੈ। ਤਕਰੀਬਨ 4 ਪਲਾਟ ਨਾ, ਜਗ੍ਹਾ ਜੁਗਾ ਵੀ ਹੈ ਸੀ ਉਹਦੀ। ਠੀਕ ਹੈ ਨਾ। ਵਸਾਇਲ ਉਹਦੇ ਕੋਲ ਪੂਰੇ ਸਨ ਦੂਸਰੀ ਸ਼ਾਦੀ ਦੇ। ਅੱਛਾ। ਠੀਕ ਹੈ ਨਾ। ਉਹਨੇ ਮੈਨੂੰ ਕਿਹਾ ਯਾਰ ਮੈਂ ਘਰ ਨਾ ਬੜਾ ਪਰੇਸ਼ਾਨ ਹਾਂ ਤੇ ਮੈਨੂੰ, ਮੈਂ ਜਦੋਂ ਵੀ ਘਰ ਜਾਣਾ ਮੈਨੂੰ ਤੰਗ ਕਰਦੇ ਨੇ। ਉਹਨੇ ਨਾ ਇੱਕ ਬੇਟੀ ਦੀ, ਆਪਣੀ ਵੱਡੀ ਦੀ ਸ਼ਾਦੀ ਕੀਤੀ। ਅੱਛਾ। ਠੀਕ ਹੈ ਨਾ। ਉਹਦੀ ਸ਼ਾਦੀ ਕਰਨ ਤੋਂ ਬਾਅਦ ਉਹ ਆਂਦਾ ਯਾਰ ਮੈਨੂੰ ਘਰ ਦੇ ਨਾ ਬੜਾ ਪਰੇਸ਼ਾਨ ਕਰਦੇ ਨੇ। ਹੁਣ ਉਹ ਬੇਟੀ ਦੀ ਸ਼ਾਦੀ ਕੀਤੀ ਹੈ, ਬਹੁਤ ਪੈਸੇ ਲਾਏ ਨੇ, ਸਭ ਕੁਝ ਕੀਤਾ ਹੈ। ਆਂਦਾ ਜੀ ਮੇਰੀ ਬੇਗਮ ਕਹਿ ਰਹੀ ਉਹਦੀ ਤਲਾਕ ਮੁਕਾਣੀ ਹੈ। ਠੀਕ ਹੈ। ਆਂਦਾ ਮੈਂ ਨਾ ਹੁਣ ਦੂਸਰੀ ਸ਼ਾਦੀ ਕਰਕੇ ਨਾ ਇਹਨਾਂ ਨੂੰ ਫਾਰਗ ਕਰ ਦੇਣਾ। ਮੇਰੀ ਭਾਬੀ ਨੇ ਨਾ ਮਤਲਬ ਆਪਣੇ ਭੈਣ ਭਰਾ ਸ਼ਾਦੀ ਤੇ ਵੀ ਨਾ ਆਪਣੇ ਹੀ ਭੈਣ ਭਰਾ ਬੁਲਾਏ ਨੇ, ਬੱਚੀ ਦੀ ਸ਼ਾਦੀ ਕੀਤੀ ਜੀ। ਕਿਸੇ ਨੂੰ ਸਾਡੇ ਸ਼ਰੀਕਾ ਬਰਾਦਰੀ ਚੋਂ, ਚਾਚੇ ਤਾਇਆ ਜੋ ਸਾਡਾ ਐਡਾ ਵੱਡਾ ਖਾਨਦਾਨ, ਕਿਸੇ ਨੂੰ ਵੀ ਨਹੀਂ ਬੁਲਾਇਆ ਸ਼ਾਦੀ ਤੇ। ਬਸ ਆਪਣੇ ਭਰਾ ਉਹਨੇ ਬੁਲਾਏ ਨੇ, ਕਿਸੇ ਨੂੰ ਸ਼ਾਦੀ ਤੇ। ਮੈਨੂੰ ਮੇਰੇ ਭਾਈ ਨੇ ਕਿਹਾ ਕਿ ਯਾਰ ਮੇਰੀ ਬੱਚੀ ਦੀ ਸ਼ਾਦੀ ਹੈ। ਮੈਂ ਕਿਹਾ ਠੀਕ ਹੈ, ਮੈਂ ਹਾਜ਼ਰ ਹੋਵਾਂਗਾ। ਠੀਕ ਹੈ। ਮੇਰਾ ਤੀਸਰਾ ਭਾਈ ਉਹਨੇ ਕਿਹਾ ਮੈਂ ਸ਼ਾਦੀ ਤੇ ਨਹੀਂ ਜਾਣਾ ਕਿਉਂਕਿ ਇਹਦੀਆਂ ਭਾਬੀ ਦੀਆਂ ਹਰਕਤਾਂ ਨਹੀਂ ਸਹੀ ਹੈ, ਮੈਂ ਉਹਦੀ ਸ਼ਾਦੀ ਤੇ ਨਹੀਂ ਜਾਣਾ। ਕਦੀ ਭਾਬੀ ਨੂੰ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ? ਉਹ ਸਾਨੂੰ ਉਲਟਾ ਸਮਝਾਉਂਦੀ ਸੀ, ਅਸੀਂ ਉਹਨਾਂ ਨੂੰ ਕੀ ਸਮਝਾਉਣਾ ਸੀ, ਉਹ ਉਲਟਾ ਸਾਨੂੰ ਸਮਝਾਉਂਦੀ ਸੀ। ਹਾਂ, ਅਗਰ ਕੋਈ ਉਹਨੂੰ ਗੱਲ ਕਰਨੀ ਹੈ ਨਾ, ਉਹ ਗੰਦੀ ਗਾਲਾਂ ਬਦਤਮੀਜ਼ੀ ਇੰਝ ਦੇ ਕੰਮ ਕਰਦੀ ਸੀ। ਤੇ ਲਿਆਦਾ ਕਿ ਸ਼ਾਦੀ ਤੋਂ ਬਾਅਦ ਨਾ ਤਕਰੀਬਨ ਕੋਈ 10 ਦਫਾ ਪੰਚਾਇਤ ਬੈਠੀ 4 ਮਹੀਨਿਆਂ 'ਚ। ਵੱਡੇ ਵੱਡੇ ਲੋਕ ਮਹੱਲੇ ਦੇ ਬੈਠੇ ਨੇ, ਚੇਅਰਮੈਨ ਇਹ ਉਹ ਬੈਠੇ ਨੇ, ਕੌਂਸਲਰ। ਉਹਨਾਂ ਨੇ ਪੰਚਾਇਤ 'ਚ ਗੱਲ ਮੁਕਾਈ ਹੈ ਕਿ ਤਾਰਕ ਸਾਹਿਬ ਇਹ ਜਗ੍ਹਾ ਜਿਹੜੀ ਘਰ ਵਾਲੀ ਆਪਣੇ ਬੇਟੇ ਦੇ ਨਾਮ ਕਰਵਾਉਣੀ ਹੈ। ਆਪਣੇ ਬੇਟੇ ਦੇ ਨਾਮ ਜਗ੍ਹਾ ਕਰਾਉਣੀ ਤੇ 1500 ਰੁਪਏ ਡੇਲੀ ਖਰਚਾ ਦੇਣਾ। ਬੇਟੇ ਨੂੰ 1500 ਰੁਪਏ ਦੇਣਾ ਕਰਨਾ? ਨਹੀਂ, ਘਰ ਦੇਣਾ ਕਰਨਾ ਆਪਣੀ ਬੇਗਮ ਨੂੰ। ਅੱਛਾ, ਠੀਕ। ਹਾਂਜੀ, ਉਹ 1500 ਰੁਪਏ ਡੇਲੀ ਘਰ ਖਰਚਾ ਦਿੰਦੇ ਰਹੇ ਨੇ। ਆਪਣੇ ਬੇਟੇ ਨੂੰ ਅਲੱਗਾ 5000 ਰੁਪਏ ਦਿੰਦੇ ਰਹੇ। ਅੱਛਾ। ਹਾਂਜੀ, ਹਫਤੇ ਦਾ। ਯਾਨੀ ਕਿ ਆਪਣਾ ਬੱਚਿਆਂ ਦੇ ਨਾਲ ਉਹ ਇੰਨਾ ਪਿਆਰ ਕਰਦੇ ਸੀ ਲੇਕਿਨ ਬੱਚਿਆਂ ਨੇ ਉਹਨੂੰ ਇਹ ਸਿਲਾ ਦਿੱਤਾ। ਹਾਂਜੀ,
ਬੇਟੇ ਨੂੰ ਆਪਣੇ ਨੂੰ 20,000 ਰੁਪਇਆ ਮਹੀਨਾ ਦਿੰਦਾ ਸੀ। ਉਹ ਕੰਮ ਜੋ ਇਕੱਠਾ ਜੋ ਕਰਦੇ ਹਾਂ, ਸਭ ਕੁਝ ਬੇਟੇ ਦਾ ਹੀ ਸੀ। ਜੋ ਵੀ ਹੈ ਕਾਰੋਬਾਰ ਜੋ ਵੀ ਸਭ ਕੁਝ ਬੇਟੇ ਦਾ ਹੀ ਸੀ। ਉਹ ਬਸ ਮੈਨੂੰ ਆਈ ਕਹਿੰਦਾ ਸੀ ਯਾਰ ਮੈਨੂੰ ਕੋਈ ਸਮਝ ਨਹੀਂ ਆਉਂਦੀ, ਉਹ ਮੇਰੇ ਤੇ ਭਰਿਆ ਵੇ। ਪਹਿਲਾਂ ਨਾ ਤਕਰੀਬਨ ਅੱਜ ਤੋਂ 10 ਦਿਨ ਪਹਿਲਾਂ ਨਾ, ਜਿਸ ਦਿਨ ਫੌਤ ਹੋਇਆ ਨਾ, ਉਸ ਤੋਂ 10 ਦਿਨ ਪਹਿਲਾਂ, ਪਿਛਲੇ ਜੁਮੇ ਤੋਂ 10 ਦਿਨ ਪਹਿਲਾਂ ਇਹਨਾਂ ਨੇ ਨੀਅਤ ਕੀਤੀ ਜੇ ਘਰ ਹੀ ਮੇਰੇ ਤੇ ਹਮਲਾ ਕਰਨ ਦੀ। ਮੇਰੇ ਭਾਈ ਨੇ ਮੈਨੂੰ ਦੱਸਿਆ, ਉਹਨੇ ਕਿਹਾ ਤੇਰੇ ਤੇ ਹਮਲਾ ਹੋ ਜਾਣਾ। ਉਹਨੇ ਪਿਸਟਲ ਵਗੈਰਾ ਮੈਂ ਨਾ ਉਹਦੇ ਕੋਲ ਵੇਖਿਆ ਵੀ ਹੈ ਦੂਰੋਂ, ਤੇ ਮੈਨੂੰ ਲੋਕਾਂ ਨੇ ਵੀ ਦੱਸਿਆ ਕਿ ਭਈ ਉਹਦੇ ਕੋਲ ਪਿਸਟਲ ਹੈ। ਉਹ ਕਹਿ ਰਿਹਾ ਕਿ ਮੈਂ ਬਸ਼ਾਰਤ ਨੂੰ ਨਹੀਂ ਛੱਡਣਾ। ਇਹਨੇ ਨਿਕਾਹ ਦੇ ਵਿੱਚ ਗੁੰਠੇ ਲਗਾਏ ਨੇ। ਬਕਾਇਦਾ ਇਹਨਾਂ ਨੂੰ ਨਿਕਾਹਨਾਮਾ ਹੀ ਵਹਾਇਆ। ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਹੈ ਇਹਨੇ ਸ਼ਾਦੀ ਕਦੋਂ ਕੀਤੀ ਹੈ। ਉਦੋਂ ਹੀ ਪਤਾ ਲੱਗਿਆ ਜਦੋਂ ਉਹਨੇ ਸ਼ਾਦੀ ਕਰ ਲਈ ਹੈ। 2-3 ਦਿਨ ਬਾਅਦ ਮੈਨੂੰ ਪਤਾ ਲੱਗਾ ਕੋਈ ਉਹਨੇ ਸ਼ਾਦੀ ਕਰ ਲਈ। ਅੱਛਾ ਬਿਸ਼ਾਰਤ ਸਾਹਿਬ, ਤੁਸੀਂ ਕਿਹਾ ਸ਼ਾਦੀ ਤੋਂ ਬਾਅਦ ਪੰਚਾਇਤਾਂ ਪੈਣਾ ਸ਼ੁਰੂ ਹੋ ਗਈਆਂ, ਕਦੀ ਆਪਣੀ ਭਾਬੀ ਦੇ ਮਾਪਿਓ ਦੇ ਨਾਲ ਰਾਬਤਾ ਕੀਤਾ ਤੁਹਾਡੇ ਭਾਈ ਨੇ ਕਿ ਇਹਨੂੰ ਸਮਝਾਓ ਕਿਉਂ ਮੇਰੀ ਜ਼ਿੰਦਗੀ ਨੂੰ ਤੰਗ ਕਰਨਾ ਚਾਹ ਰਹੀ ਹੈ, ਕਿਉਂ ਘਰ ਦਾ ਮਾਹੌਲ ਖਰਾਬ ਕਰਦੀ ਪਈ ਹੈ? ਭਾਬੀ ਦੇ ਭਾਈ ਮੇਰੇ ਨੇ ਨਾ ਉਹਦੇ ਵਾਲਦ ਨੂੰ ਵੀ ਕਿਹਾ। ਵਾਲਦ ਸਾਹਿਬ ਨਾਲ ਸ਼ੁਰੂ ਤੋਂ ਜਦੋਂ ਦੇ ਇੱਥੇ ਤਕਰੀਬਨ 10 ਸਾਲ ਹੋ ਗਿਆ ਆਏ ਨੇ, ਉਹ ਮੇਰੇ ਭਾਈ ਦੇ ਕੋਲ ਹੀ ਗੋਦਾਮ 'ਚ ਹੀ ਰਹਿੰਦੇ ਹਨ। ਅੱਛਾ, ਉਹਦੇ ਗੋਦਾਮ 'ਚ ਸੌਂਦੇ ਬਹਿੰਦੇ ਸਨ। ਉਹਨਾਂ ਨੂੰ ਸਾਰਾ ਇਹਦਾ ਭੇਤ ਸੀ। ਠੀਕ ਹੈ। ਉੱਥੇ ਹੀ ਸੌਂਦੇ ਬਹਿੰਦੇ ਹਨ, ਕੰਮ ਨਾਲ ਕਰਾਉਂਦੇ ਕਰਵਾਉਂਦੇ ਹਨ। ਹਾਂ, ਵਡੇਰੇ ਦੇ ਨਾਲ ਕੰਮ ਸ਼ਮ ਕਰਵਾਉਂਦੇ ਹਨ। ਤੇ ਉਹਨਾਂ ਨੇ ਇਹਨਾਂ ਨੂੰ ਮਸ਼ਵਰਾ ਦਿੱਤਾ ਅੱਖਾਂ 'ਚ ਮਰਚਾਂ ਪਾਉਣ ਵਾਲਾ ਇਹ ਉਹ। ਇਸ ਤੋਂ ਕਿ ਅੱਜ ਤੋਂ 18 ਸਾਲ ਪਹਿਲਾਂ ਨਾ ਮੈਂ ਛੋਟਾ ਸਾਂ ਤੇ ਮੇਰੀ ਹਮਸ਼ੀਰਾ ਨੂੰ ਵੀ ਇਹਨੇ ਗਲਾ ਦਬਾ ਕੇ ਨਾ ਤੇ ਉਹ ਕੀਤਾ ਹੋਵੇ, ਕਤਲ ਕੀਤਾ ਹੈ। ਹਾਂਜੀ ਮੇਰੀ ਹਮਸ਼ੀਰਾ ਨੂੰ ਵੀ ਨਾ, ਮਲਕ ਪਾਰਕ ਅਸੀਂ ਰਹਿੰਦੇ ਆ, ਤੇ ਮੇਰੀ ਹਮਸ਼ੀਰਾ ਨੂੰ ਵੀ ਗਲਾ ਦਬਾ ਕੇ ਨਾ ਰਾਤ ਨੂੰ ਸੁੱਤੇ ਪਏ। ਭਾਈ ਘਰ ਨਹੀਂ ਸੀ ਹੈ, ਪਿੰਡੀ ਗਿਆ ਸੀ ਕੰਮ ਕਰਨ, ਤੇ ਮੈਂ ਘਰ ਸਾਂ। ਗਲਾ ਦਬਾ ਕੇ ਇਹਨੇ ਮੇਰੀ ਹਮਸ਼ੀਰਾ ਨੂੰ ਵੀ ਕਤਲ ਕੀਤਾ। ਤੁਹਾਡੇ ਭਾਈ ਨੂੰ ਕਤਲ ਕਿਵੇਂ ਤੁਹਾਡੀ ਭਾਬੀ ਨੇ ਆਪਣੇ ਬੇਟੇ ਦੇ ਨਾਲ ਮਿਲ ਕੇ ਕੀਤਾ ਸੀ? ਕੀਤਾ ਹੈ ਜੇ ਕਿ ਮੈਂ ਆਪਣੇ ਘਰ ਸਾਂ, ਮੈਂ ਬਾਹਰ ਨਿਕਲਿਆ ਜੁਮਾ ਪੜ੍ਹਨ ਵਾਸਤੇ, ਤੇ ਨਾਲ ਸਾਥ ਵਾਲਿਆਂ ਦੀ ਬਾਜੀ ਨੇ ਕਿਹਾ ਕਿ ਭਾਈ ਆਵਾਜ਼ਾਂ ਆ ਰਹੀਆਂ ਕਿ ਬਸ਼ਾਰਤ ਮੈਨੂੰ ਬਚਾ, ਬਸ਼ਾਰਤ ਮੈਨੂੰ ਬਚਾ। ਅੱਛਾ, ਮੈਂ ਕੋਈ ਗੌਰ ਨਹੀਂ ਕੀਤੀ ਕਿਉਂਕਿ ਮੇਰੇ ਭਾਈ ਦਾ ਮੁੰਡਾ ਨਾ ਅੰਦਰੋਂ ਨਿਕਲਿਆ, ਅੰਦਰੋਂ ਨਿਕਲ ਗਿਆ ਤੇ ਜੁਮਾ ਪੜ੍ਹਨ ਟੁਰ ਗਿਆ। ਮੈਂ ਕਿਹਾ ਜੁਮਾ ਪੜ੍ਹਨ ਟੁਰ ਗਿਆ, ਘਰ ਨਹੀਂ ਹੋਣਾ। ਮੈਂ ਉੱਤੇ ਵੀ ਕੁੜੀਆਂ ਵੀ ਗੋਸ਼ਤ ਪਕਾ ਰਹੀਆਂ, ਰੋਟੀ ਖਾ ਰਹੀਆਂ, ਮੈਂ ਤਾਰਕ ਨਹੀਂ ਘਰ ਹੋਣਾ। ਹੁਣ ਸਾਨੂੰ ਇਹ ਨਹੀਂ ਸੀ ਪਤਾ ਕੋਨਾ ਮਾਰ ਕੇ ਅੰਦਰ ਸੁੱਟ ਚੜੇ ਆ, ਤੇ ਆਪ ਮਗਰੋਂ ਖੁਸ਼ੀਆਂ ਮਨਾ ਰਹੇ। ਠੀਕ ਹੈ, ਬਸ ਮੈਨੂੰ ਮੈਂ ਮਸਜਿਦ 'ਚ ਵੇਖਿਆ, ਮੈਂ ਆਪਣੀ ਦੂਸਰੀ ਭਾਬੀ ਨੂੰ ਕਾਲ ਕੀਤੀ। ਮੈਂ ਕਿਹਾ ਕਿੱਥੇ ਵੇ ਤਾਰਕ? ਅਸੀਂ ਉੱਧਰ ਹੀ ਗਿਆ ਵੇ, 12:30 ਦਾ ਟਾਈਮ ਸੀ। ਉਹਨੇ ਕਿਹਾ ਉਹ ਕਹਿ ਰਿਹਾ ਕਿ ਮੈਂ ਜੁਮਾ ਜੋ ਮਸਜਿਦ 'ਚ ਪੜ੍ਹਨਾ ਆਪਣੇ ਘਰ ਦੇ ਕੋਲ, ਤੇ ਉੱਤੇ ਨਾ ਛੱਤ ਤੇ ਕਮਰਾ ਇੱਕ ਖਾਲੀ ਕਰਵਾਉਣਾ, ਤੇ ਅੱਜ ਤੁਹਾਡਾ ਸਮਾਨ ਚੁੱਕ ਕੇ ਨਾ ਉੱਥੇ ਲੈ ਕੇ ਜਾਣਾ, ਦੋਵਾਂ ਬੀਬੀਆਂ ਇਕੱਠੀਆਂ ਰਹਿਣ। ਠੀਕ ਹੈ, ਉੱਤੇ ਆਇਆ ਇੱਕ ਬੋਤਲਾਂ ਨੂੰ ਦਾਣਾ ਪਾ ਹੈ, ਬੋਤਲਾਂ ਨੂੰ ਦਾਣਾ ਪਾ ਕੇ ਨੀਚੇ ਆਇਆ। ਅਹਿਮਦ ਨੇ ਡੱਬਾ ਮਿਰਚਾਂ ਦਾ ਉਹਦੀਆਂ ਅੱਖਾਂ 'ਚ ਪਾ ਦਿੱਤਾ। ਅੱਛਾ, ਅੱਖਾਂ 'ਚ ਡੱਬਾ ਮਿਰਚਾਂ ਦਾ ਪਾ ਦਿੱਤਾ। ਉਹ ਭਾਈਆਂ 'ਚ ਮਲਣ ਲੱਗ ਪਏ ਨੇ। ਉਹਨੇ ਕਿਤੇ ਆਵਾਜ਼ਾਂ ਮਾਰੀਆਂ ਮੈਨੂੰ, ਮੈਂ ਨਹੀਂ ਸੁਣਾਈ ਕੀਤੀ। ਉਹਨਾਂ ਨੇ ਇੰਝ ਕਲਾਵਾ ਮਾਰ ਕੇ ਥੱਲੇ ਸੁੱਟ ਲਿਆ। ਭਾਈ ਦੇ ਨਾ ਮੱਥੇ ਦੇ ਨਾ ਇੰਝ ਸ਼ੀਸ਼ਾ ਵੱਜਾ ਜਾਂ ਬੈੱਡ ਦੀ ਨੁੱਕਰ ਕੋਈ ਚੀਜ਼ ਵੱਜੀ ਹੈ, ਖੂਨ ਜ਼ਿਆਦਾ ਨਿਕਲ ਆਇਆ। ਭਾਈ ਥੱਲੇ ਬੇਹੋਸ਼ ਹੋ ਗਏ ਨੇ। ਠੀਕ ਹੈ। ਉੱਤੇ ਉਹਦੀ ਬੇਗਮ ਨੇ ਜਿਹੜੀ ਉੱਤੇ ਬਹਿ ਗਈ ਹੈ, ਵਜੂਦ ਦੀ ਭਾਰੀ ਹੈ, ਜਿਸਮ ਭਾਰਾ ਉਹਦਾ ਬਹੁਤ ਸਹੀ ਭਾਰਾ ਜਿਸਮ, ਉਹ ਉੱਤੇ ਬਹਿ ਗਈ ਹੈ। ਉੱਤੇ ਬਹਿ ਕੇ ਤੇ ਉਹਨੇ ਰਸਾਂ 'ਚ ਘੁਮਾਇਆ, ਇੱਕ ਪਾਸੇ ਬੇਟੇ ਨੇ ਖਿੱਚਿਆ, ਇੱਕ ਪਾਸੇ ਉਹਨੇ ਮਾਂ ਨੇ ਖਿੱਚਿਆ, ਅੰਦਰ ਲਗਾ ਦਿੱਤਾ। ਅੰਦਰ ਲਗਾ ਕੇ ਖਿੱਚਤਾ। ਸਾਨੂੰ ਨਹੀਂ ਪਤਾ ਹੈ ਕਿ ਭਾਈ ਅੰਦਰ ਮਰੇ ਨੇ ਜਾਂ ਕੀ ਕੀਤਾ, ਸਾਨੂੰ ਕਿਸੇ ਕਿਸਮ ਦਾ ਪਤਾ ਨਹੀਂ ਲੱਗਾ। ਤੁਸੀਂ ਉਹਨੂੰ ਤਲਾਸ਼ ਕਰਦੇ ਪਿਓ ਕਿ ਰਾਬਤਾ ਨਹੀਂ ਹੋ ਮੇਰਾ ਰਿਹਾ? ਫੋਨ ਨਹੀਂ ਚੁੱਕਣ ਡਿਆ। ਬਸ ਇਹਨਾਂ ਨੇ ਨੰਬਰ ਵੀ ਆਨ ਰੱਖਿਆ, ਨੰਬਰ ਬੰਦ ਨਹੀਂ ਕੀਤਾ ਉਹਦਾ, ਨੰਬਰ ਆਨ ਰੱਖਿਆ। ਨੈਟ ਵੀ ਆਨ ਹੈ, ਜਦੋਂ ਨੈਟ ਤੇ ਕਾਲਾਂ ਕੀਤੀਆਂ ਉਹਨਾਂ ਨੇ ਨੈਟ ਬੰਦ ਕਰ ਛੜਿਆ, ਤੇ ਦੂਸਰਾ ਨੰਬਰ ਨਹੀਂ ਬੰਦ ਕੀਤਾ। ਬੜਾ ਤਲਾਸ਼ ਕੀਤਾ ਸੱਜੇ ਖੱਬੇ ਕਿ ਭਾਈ ਕਿੱਥੇ ਨੇ ਕਿੱਥੇ ਨੇ, ਨਹੀਂ ਉਹਨਾਂ ਨੇ ਦੱਸਿਆ। ਉਹ ਜਦੋਂ ਪੁਲਿਸ ਵਾਲੇ ਆਏ ਨੇ, ਮੈਂ 1 ਤੇ ਕਾਲ ਕੀਤੀ, ਪੁਲਿਸ ਵਾਲੇ ਆਏ ਨੇ, ਉਧਰ ਦੂਸਰੀ ਬੇਗਮ ਨੂੰ ਜਦੋਂ ਮਾਰਨ ਗਏ ਨੇ, ਪੁਲਿਸ ਵਾਲੇ ਨੇ ਨਾ ਇੱਥੇ ਉਹਦੇ ਨਿਸ਼ਾਨ ਬਣਿਆ ਸੀ। ਅੱਛਾ, ਹਾਂਜੀ ਅਹਿਮਦ ਦੇ? ਹਾਂਜੀ ਅਹਿਮਦ ਦੇ ਤੇ ਨਿਸ਼ਾਨ ਬਣਿਆ ਸੀ, ਇੰਝ ਫਿਰਿਆ ਖੂਨ ਨੇ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਮੇਰੇ ਕਜ਼ਨ ਦੀ ਸ਼ਾਦੀ ਸੀ ਤੇ ਮੈਂ ਉੱਥੇ ਗਿਆ ਹਾਂ, ਉੱਥੇ ਜ਼ਖਮ ਹੋ ਗਿਆ। ਉਹਨਾਂ ASI ਸਾਹਿਬ ਨੇ ਕਿਹਾ ਕਿ ਇਹ ਤਾਜ਼ਾ ਨਿਸ਼ਾਨ ਹੈ ਅੱਜ ਦਾ, ਤੇ ਕਿੱਥੇ ਤੇਰਾ ਬਾਪ? ਉਹ ਆਂਦਾ ਜੀ ਇਹ ਮੌਲਵੀ ਨੂੰ ਪਤਾ ਹੈ, ਬਸ਼ਾਰਤ ਤੁਹਾਡੇ ਵੱਲੋਂ ਆਂਦਾ ਮੌਲਵੀ ਨੂੰ ਪਤਾ ਹੈ, ਇਹਦੇ ਨਾਲ ਰਾਤ ਦਾ ਗਿਆ। ਉਹ ਫਿਰ ਮੇਰੇ ਭਾਈ ਦੀ ਦੂਸਰੀ ਬੇਗਮ ਬੋਲੀ ਕਿ ਭਾਈ ਨਹੀਂ, 12:30 ਵਜੇ ਉਹ ਘਰੋਂ ਗਏ ਨੇ ਤੇ ਇਹਨਾਂ ਦੇ ਘਰ ਗਏ ਨੇ। ਉਹਨੇ ਨਹੀਂ ਦੱਸਿਆ ਕਤਲ ਕੀਤਾ। ਉਹਨੇ ਕਿਹਾ ਮੈਨੂੰ ਨਹੀਂ ਪਤਾ ਕਿੱਥੇ, ਮੈਨੂੰ ਉਹਨੇ ਕਿਹਾ। ਮੈਂ ਕਿਹਾ ਸਰ ਜੀ ਆਓ ਤੁਹਾਨੂੰ ਦੂਸਰੇ ਘਰ ਲੈ ਕੇ ਜਾਵਾਂ। ਦੂਸਰੇ ਘਰ ਆਏ ਆ, ਅੰਦਰ ਆ, ਦਰਵਾਜ਼ਾ ਖੜਕਾਇਆ, ਉਹਨਾਂ ਦਰਵਾਜ਼ਾ ਖੋਲ ਕੇ ਰੱਖ ਛੜਿਆ ਸੀ, ਉਂਝ ਬਸ ਬੰਦ ਕੀਤਾ ਹੈ। ਸਿੱਧਾ ਅੰਦਰ ਗਏ ਆ, ਕੁੜੀਆਂ ਅੱਗੇ ਆ ਗਈਆਂ ਨੇ, ਮੇਰੇ ਬਦਤਮੀਜ਼ੀ ਨਾਲ ਗਾਲੀ ਗਲੋਚ ਮੇਰੇ ਨਾਲ ਕੀਤੀ ਹੈ। ਮੈਂ ਕਿਹਾ ਮੇਰਾ ਭਾਈ ਕਿੱਥੇ ਵੇ? ਆਂਦੇ ਤੈਨੂੰ ਪਤਾ ਹੈ, ਤੂੰ ਸ਼ੈਤਾਨ ਹੈ, ਤੂੰ ਇਹ, ਤੈਨੂੰ ਪਤਾ ਤੇਰੇ ਭਾਈ ਦਾ, ਸਾਨੂੰ ਕੀ ਪਤਾ ਹੈ? ਮੈਂ ਪਿਛਲੇ ਕਮਰੇ 'ਚ ਗਿਆ ਵਾਂ, ਦਰਵਾਜ਼ਾ ਖੋਲ੍ਹਿਆ, ਪਰਦਾ ਸਾਈਡ ਤੇ ਕੀਤਾ, ਲਾਈਟ ਚਲਾਈ ਤੇ ਸਾਹਮਣੇ ਭਾਈ ਦੀ ਲਾਸ਼ ਪਈ ਸੀ। ਵਿਸ਼ਾਲ ਸਾਹਿਬ, ਇਹ ਬੜਾ ਅਫਸੋਸਨਾਕ ਵਾਕਿਆ ਹੈ ਕਿ ਬੀਵੀ ਨੇ ਆਪਣੇ ਬੇਟੇ ਨੂੰ, ਇਕਲੌਤਾ ਬੇਟਾ ਸੀ, ਉਹਦੇ ਨਾਲ ਮਿਲ ਕੇ ਆਪਣੇ ਖਾਵੰਦ ਨੂੰ ਕਤਲ ਕੀਤਾ ਹੈ।
ਹੁਣ ਯਕੀਨਨ ਪੁਲਿਸ ਨੇ ਗ੍ਰਿਫਤਾਰ ਤੇ ਕਰ ਲਿਆ ਹੋਏਗਾ, ਕੀ ਮੁਤਾਲਬਾ ਹੈ, ਕੀ ਹੋਣਾ ਚਾਹੀਦਾ ਹੁਣ? ਸਾਡੀ ਅਪੀਲ ਹੈ ਜੀ, ਇੱਕ ਸਾਨੂੰ ਇਨਸਾਫ ਮਿਲਣਾ ਚਾਹੀਦਾ। ਮਰੀਮ ਨਵਾਜ਼ ਅੱਗੇ, ਸ਼ਹਬਾਜ਼ ਸ਼ਰੀਫ ਅੱਗੇ ਸਾਡੀ ਅਪੀਲ ਹੈ ਕਿ ਸਾਨੂੰ ਇਨਸਾਫ ਚਾਹੀਦਾ, ਠੀਕ ਹੈ ਨਾ। ਪੂਰੇ ਮੁਲਜ਼ਮ ਦੋਨੋਂ ਮਾਂ ਬੇਟਾ ਗ੍ਰਿਫਤਾਰ ਹੋ ਗਏ ਨੇ। ਗ੍ਰਿਫਤਾਰ ਹੋ ਗਏ ਨੇ ਤੇ ਉਹ ਬੇਟੀਆਂ ਵੀ ਮੁਲਵਸ ਨੇ ਵਿੱਚ, ਨਾਨਾ ਅਬੂ ਵਿੱਚ ਸਹੀ ਮੁਲਵਸ ਨੇ। ਅੱਛਾ। ਕਿਉਂਕਿ ਪੂਰੇ ਜਿੰਨੀ ਇੱਥੇ ਆਵਾਮ ਆਈ ਹੈ ਨਾ, ਸਭ ਆਵਾਮ ਨੇ ਕਿਹਾ ਕਿ ਉਹ ਨਾਨੇ ਅੱਬੂ ਨੇ ਵਿੱਚ ਮੁਲਵਸ ਨੇ, ਠੀਕ। ਉਹ ਮਿਰਚਾਂ ਵਾਲਾ ਵਾਕਿਆ ਉਹਨੇ ਹੀ ਦੱਸਿਆ ਕਿ ਬਈ ਇਹ ਮਿਰਚਾਂ ਉਹਦੀਆਂ ਅੱਖਾਂ 'ਚ ਪਾ। ਇੱਕ ਦਿਨ 10 ਦਿਨ ਪਹਿਲਾਂ ਨਾ ਅੰਦਰ ਘੇਰ ਲਿਆ ਮੇਰੇ ਭਾਈ ਨੂੰ, ਇਹਨੇ ਕਲਾਵੇ 'ਚ ਲੈ ਲਿਆ ਤੇ ਮੇਰਾ ਭਾਈ ਫੜਿਆ ਨਹੀਂ, ਕਿਉਂਕਿ 4-5 ਬੰਦੇ ਫੜ ਲਿਆ, ਉਹਨੂੰ ਕਲਾਵੇ 'ਚ ਨਹੀਂ ਆਉਂਦਾ, ਠੀਕ। ਬਾਹਰ ਆਇਆ ਭੱਜ ਕੇ, ਮੈਨੂੰ ਉਹਨੇ ਬਾਹਰ ਖਿਲਾ ਰਿਹਾ। ਜਦੋਂ ਵੀ ਗੋਦਾਮ 'ਚ ਆਉਂਦਾ ਸੀ ਮੈਨੂੰ ਨਾਲ ਲੈ ਕੇ ਆ ਰਿਹਾ ਸੀ, ਯਾਰ ਮੈਂ ਖਰਚਾ ਦੇਣ ਚੱਲਣਾ ਵਾ ਘਰ, ਤੂੰ ਬਾਹਰ ਖਲੋ ਜ਼ਰਾ, ਧਿਆਨ ਰੱਖ। ਉਸ ਦਿਨ ਬਸ ਉਹਦੀ ਵੱਧ ਗਈ ਸੀ, ਸਮਝ नहीं लगी है, तो लिहाजा कि साड़ी अपील है ही कि सानू इंसाफ मिले। नाज़रीन, ये थी आज की वीडियो और इनका सिर्फ इतना सा मुतालबा है कि हमें सिर्फ इंसाफ चाहिए और यकीनन हम भी यही कहेंगे कि इन्हें इंसाफ मिलना चाहिए। और जो इस कत्ल में जो बाकी दीगर जो इनके मुताबिक जो मुलजमान हैं जिन्होंने सहूलतकारी की या फिर जिन्होंने को मशवरा दिया, उनको भी चाहिए कि गिरफ़्तार किया जाए और उनकी तफ्तीश की जाए कि उनका इस कत्ल में कितना रोल है। हम उम्मीद करते हैं कि इन्हें ज़रूर इंसाफ मिलेगा। इजाज़त चाहूँगा अल्लाह के बाद।